हालेलुया हालेलुया हालेलुया। सब लोग जैम सिद्धि जिन्ने भी लाइव देख रहे हैं प्रभु आप सब ਨੂੰ बहुत सारी बरकत देवे। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਹੋਰ ਸਾਨੂੰ ਸਮਝ ਦਿੱਤਾ ਕਿ ਅਸੀਂ ਅੱਜ ਰਾਤ ਦੇ ਵੇਲੇ ਫਿਰ ਤੁਹਾਡੇ ਰੋਜ਼ ਦੀ ਤਰ੍ਹਾਂ ਲਾਈਵ ਆ ਕੇ ਪ੍ਰਭੂ ਦੇ ਵਚਨ ਵਿੱਚੋਂ ਕੁਝ ਦੱਸ ਸਕੀਏ ਅਤੇ ਕੁਝ ਗੱਲਾਂ ਪਰਮੇਸ਼ਰ ਦੇ ਜੋ ਮੇਰੇ ਮਨ ਵਿੱਚ ਪਾਈਆਂ ਲੋਕਾਂ ਨੂੰ ਮੈਂ ਦੱਸ ਸਕਾਂ। ਪਰਮੇਸ਼ਰ ਦੇ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ। ਪਰਮੇਸ਼ਰ ਨੇ ਸਵੇਰ ਤੋਂ ਲੈ ਕੇ ਸਾਨੂੰ ਹੁਣ ਤੱਕ ਸੰਭਾਲਿਆ अगवाई निगहबानी कीता। परमेश्वर ने इस रात के वेले परमेश्वर अपने लोगों के संग लैके ऐसी परमेश्वर दी सारियां वफादारियां दी भलाई परमेश्वर का धन्यवाद करते हैं। आइए असी इस रात में शुरू करने तो पहला मिलकर प्रार्थना कराएं। हालेलुया हालेलुया। स्वर्गीय पिता तुम्हारा शुक्र तुम्हारा धन्यवाद करते प्रभु जी मदद सहायता अगवाई का आशीष दे बरकत देना प्रभु जी। हजारों लोग से जो आजादी ਨੂੰ देखना चाहते सी पर देख ना पाए प्रभु जी। ਅਸੀਂ ਉਹਨਾਂ ਨਾਲ ਵਾਦੇ ਵਾ ਦੇਖਣੀ ਪਰ ਇਹ ਤੁਹਾਡਾ ਮਹਾਨ ਪਿਆਰ ਹੈ ਪ੍ਰभु जी जो ਇਹ ਦਿਨ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਦਾ ਤੁਸੀਂ ਦਿੱਤਾ ਪ੍ਰभु जी। ਅਸੀਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਪ੍ਰभु ਤੁਹਾਡੇ ਦਿੱਤੇ ਹੋਏ ਸਾਹਾਂ ਦੇ ਲਈ प्रभु जी। ਤੁਸੀਂ ਜੋ प्रभु जी ਸਾਨੂੰ ਸਾਹ ਦਿੱਤੇ ਨੇ प्रभु जी ਤਾਂ ਕਿ प्रभु जी ਤੁਹਾਡੀ ਮਹਿਮਾ ਕਰਨ ਲਈ प्रभु जी ਅਸੀਂ प्रभु जी आशीष करना बरकत देना प्रभु जी ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ प्रभु जी। ਰਹਿਮ ਤੇ ਦਇਆ ਕਰਨਾ प्रभु जी। ਮੈਂ ਖਾਸ ਕਰਕੇ ਬੇਟੇ ਤੁਹਾਡੇ ਦੇ ਹੱਥਾਂ 'ਚ ਦਿੰਨੇ प्रभु जी ਜੋ ਬੱਚੇ ਨੇ प्रभु जी ਤੁਹਾਡੇ ਬੱਚੇ ਨੂੰ ਲੈ ਕੇ ਖੜੇ ਹੋਣਾ प्रभु जी। ਵਚਨ ਖੁੱਲ੍ਹਣ ਤੋਂ ਪਹਿਲੇ ਤੁਸੀਂ ਸਭਨਾਂ ਦੇ ਦਿਲਾਂ ਮਨਾਂ ਨੂੰ ਖੋਲ੍ਹ ਦੇਣਾ प्रभु जी। ਅੱਜ ਦਾ ਵਚਨ ਜਗ੍ਹਾ ਜਗ੍ਹਾ ਤੇ ਪਹੁੰਚਾਇਆ ਜਾਵੇ प्रभु जी। ਜੋ प्रभु जी ਮੇਰੀ ਰਾਏ प्रभु जी ਪਹੁੰਚਾ ਰਹੇ ਨੇ प्रभु जी ਨੂੰ ਬਹੁਤ ਆਸ਼ੀਸ਼ ਤੇ ਬਰਕਤ ਦੇਣਾ प्रभु जी। ਜੋ ਸੁਣ ਰਹੇ ਨੇ प्रभु जी ਉਹਨਾਂ ਨੂੰ ਵੀ ਆਸ਼ੀष ਤੇ ਬਰਕਤ ਦੇਣਾ प्रभु जी। ਜਿਨ੍ਹਾਂ ਨੇ प्रभु जी ਸੁਣਨਾ प्रभु जी ਤੁਸੀਂ ਉਹਨਾਂ ਨੂੰ ਵੀ ਖੁਦਾ ਮਨ ਦੇਣਾ प्रभु जी। ਦਿਲ ਖੋਲਣਾ प्रभु जी ਉਹਨਾਂ ਦੇ ਵੀ प्रभु जी ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ प्रभु जी। ਇਹ ਵਚਨ ਸੁਣ ਕੇ प्रभु जी ਹਰ ਜ਼ਿੰਦਗੀ 'ਚ प्रभु जी कार्य करे प्रभु जी ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ प्रभु जी। ਇਸ ਬੱਚੇ ਤੁਹਾਡੇ ਦੇ ਹੱਥਾਂ 'ਚ ਦਿੰਦੇ ਸੰਭਾਲਣਾ प्रभु जी। ਜੋ ਵੀ प्रभु जी ਬੇਟੇ ਨੇ ਬੋਲਣਾ प्रभु जी ਤੁਹਾਡੀ ਆਤਮਾ ਦੁਆਰਾ ਬੋਲੇ प्रभु जी ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ। आशीष करना बरकत देना सारी छोटी सी अर्ज बेनती प्रार्थना सुनना कबूल करना मांगते बड़े प्यारे पवित्र यीशु मसीह के नाम से आमीन हालेलुया। ਅਸੀਂ ਵਚਨ ਸੁਣ ਤੋਂ ਪਹਿਲਾਂ ਇੱਕ ਜ਼ਬੂਰ ਨੂੰ ਮਿਲ ਕੇ ਸਭ ਜਨ ਜਿਨ੍ਹਾਂ ਨੂੰ ਇਹ ਜ਼ਬੂਰ ਆਉਂਦਾ ਮੇਰੇ ਨਾਲ ਲਾਈਵ ਸੈਸ਼ਨ ਦੇ ਵਿੱਚ ਜ਼ਬੂਰ ਨੂੰ ਗਾਉਣਾ। ਜ਼ਬੂਰ ਨੰਬਰ 139 ਅਸੀਂ ਮਿਲ ਕੇ ਗਾਵਾਂਗੇ। आमीन।
एक बार फिर तो सानू ये समा दिता कि अज असीं सब्त दे दिन विच मौजूद हां। परमेश्वर ने पूरा बीता हफ्ता सानू संभाल के रखिया, एक नवे एतवार दे विच शामिल कीता। ये सारियां गल्लां लई असीं परमेश्वर दा धन्नवाद करदे हां। असीं गीत जबूर 139 दे विच गाया, खुदाया मैं तेरी रूह तो बड़ा नस के किधर नु जावां। ਅਸੀਂ खुदा ਦੀ रूह तो भज के नहीं जा सकते। जब ਅਸੀਂ ਉਹ ਬੇਦੀਆਂ ਦੇ ਵਿੱਚ ਪੜ੍ਹਦੇ ਹਾਂ, ਸ਼ੁਰੂ ਤੋਂ ਦੇ ਵਿੱਚ ਲਿਖਿਆ ਜੇ ਤੂੰ ਪਤਾਲ ਦੇ ਵਿੱਚ ਵੀ ਜਾਵੇਂਗਾ ਤਾਂ ਖੁਦਾ ਉੱਥੇ ਵੀ ਹੈ। ਜੇ ਤੂੰ ਆਪਣਾ ਟਿਕਾਣਾ ਉੱਪਰ ਅਸਮਾਨ ਦੇ ਵਿੱਚ ਵੀ ਆਪਣਾ ਆਦਮ ਨੂੰ ਪਾਉਂਦਾ ਹੈ ਤਾਂ ਖੁਦਾ ਉੱਥੇ ਵੀ ਹੈ। ਅਸੀਂ ਪਰਮੇਸ਼ਰ ਦੀ ਹਜ਼ੂਰੀ ਤੋਂ ਭੱਜ ਨਹੀਂ ਸਕਦੇ। ਇਸ ਲਈ ਗੀਤ ਭਜਨਕਾਰ ਇਸ ਪ੍ਰਕਾਰ ਨਾਲ ਲਿਖਦਾ, ਅਸੀਂ ਪਰਮੇਸ਼ਰ ਦੀ ਹਜ਼ੂਰੀ ਤੋਂ ਭੱਜ ਕੇ ਨਹੀਂ ਜਾ ਸਕਦੇ। परमेश्वर ने सानू गीत दे वेले संभाल करके ਅਸੀਂ थोड़ा समाज परमेश्वर दे वचन ਵਿੱਚੋਂ ਫਿਰ ਸਿੱਖ ਸਕੀਏ। परमेश्वर ने सानू समझ ਦਿੱਤਾ। ਅਸੀਂ ਜੋ ਪਿਛਲੇ ਦਿਨਾਂ ਦੇ ਵਿਸ਼ੇ ਨੂੰ ਲੈ ਕੇ ਚੱਲ ਰਹੇ ਹਾਂ, ਜੋ परमेश्वर ਮੇਰੇ ਮਨ ਦੇ ਵਿੱਚ ਪਾਇਆ ਤਿੰਨ ਗੱਲਾਂ ਦੀ ਮਹੱਤਤਾ ਨੂੰ, ਅੱਜ ਉਸ ਦਾ ਪਾਠ ਪੰਜਵਾਂ ਹੈ। ਅੱਜ ਅਸੀਂ ਫਿਰ ਤਿੰਨ ਗੱਲਾਂ ਬਾਰੇ ਅੱਜ ਫਿਰ ਸਿੱਖਾਂਗੇ ਕਿ ਵਚਨ ਵਿੱਚ ਤਿੰਨ ਗੱਲਾਂ ਹੋਰ ਕੀ ਹੋਈਆਂ। ਪਿਛਲੇ ਦਿਨਾਂ ਵਿੱਚ ਵੀ ਅਸੀਂ ਸਿੱਖਿਆ परमेश्वर ਮਾਰਿਆ ਗਿਆ, परमेश्वर ਗਾੜਿਆ ਗਿਆ, परमेश्वर ਜੀ ਉੱਠਿਆ। ਫਿਰ ਅਗਲੇ ਦਿਨ ਸਿੱਖਿਆ ਬਾਪ, ਬੇਟਾ, ਪਵਿੱਤਰ ਆਤਮਾ। ਉਸ ਤੋਂ ਬਾਅਦ ਬਿਲਿਆਮ ਨੂੰ ਬਾਰੇ ਵੇਖਿਆ, ਉਹਨੇ ਗਧੇ ਨੂੰ 3 ਵਾਰ ਮਾਰਿਆ। ਅੱਜ ਅਸੀਂ ਫੇਰ ਵੇਖਾਂਗੇ, ਅੱਜ ਅਸੀਂ ਵਚਨ ਦੇ ਵਿੱਚੋਂ ਫੇਰ ਵੇਖਾਂਗੇ। ਅਸੀਂ ਪੜਾਂਗੇ ਪਹਿਲਾ ਸਾਮੂਏਲ ਉਸ ਦੀ 3 ਬਾਬ ਉਸ ਦੀ 8 ਆਇਤ ਨੂੰ ਅਸੀਂ ਵਚਨ ਦੇ ਵਿੱਚੋਂ ਪੜਾਂਗੇ ਅਤੇ ਬੜੇ ਧਿਆਨ ਦੇ ਨਾਲ ਸੁਣਾਂਗੇ। ਫਿਰ ਯਹੋਵਾ ਨੇ ਤੀਸਰੀ ਵਾਰ ਸੈਮੂਅਲ ਨੂੰ ਸੱਦਿਆ ਅਤੇ ਉਹ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਤੈਂ ਜੋ ਮੈਨੂੰ ਸੱਦਿਆ ਹੈ। ਤਦ ਏਲੀ ਨੇ ਜਾਤਾ ਜੋ ਯਹੋਵਾ ਨੇ ਇਸ ਮੁੰਡੇ ਨੂੰ ਸੱਦਿਆ ਹੋਣਾ ਹੈ। ਅਸੀਂ ਇਸ ਵਚਨ ਦੇ ਵਿੱਚੋਂ ਸੈਮੂਅਲ ਬਾਰੇ ਪੜ੍ਹ ਰਹੇ ਹਾਂ। ਸੈਮੂਅਲ ਦੇ ਬਾਰੇ ਪੜ੍ਹ ਰਹੇ ਹਾਂ। ਅਸੀਂ ਇਸ ਆਇਤ ਵਿੱਚੋਂ ਪੜ੍ਹਿਆ, ਫਿਰ ਯਹੋਵਾ ਨੇ ਸੈਮੂਅਲ ਨੂੰ ਤੀਜੀ ਵਾਰ ਬੁਲਾਇਆ। ਜੋ ਸਾਡੇ ਵਚਨ ਦਾ ਵਿਸ਼ੇ ਵੀ ਸੀ 3, ਇਸ ਜਗ੍ਹਾ ਤੇ 3 ਪੁਆਇੰਟ ਉਸ ਜਗ੍ਹਾ ਨੂੰ ਆ ਰਿਹਾ ਹੈ। ਅਸੀਂ ਆਪਣੇ ਪੁਆਇੰਟ ਦੇ ਉੱਤੇ ਆ ਰਹੇ ਹਾਂ। फिर यहोवा ने सैमुअल ਨੂੰ तीसरी बार बुलाया। क्यों परमेश्वर ने सैमुअल ਨੂੰ तीसरी बार बुलाया? ਅਸੀਂ ਸ਼ੁਰੂ ਤੋਂ ਪੜਾਂਗੇ ਇਸ ਕਹਾਣੀ ਦੇ ਪਿੱਛੇ ਪਹਿਲਾਂ ਕੀ ਹੋਇਆ, ਕਿਉਂ ਪਰਮੇਸ਼ਰ ਨੂੰ तीसरी बार ਇਹਨੂੰ ਬੁਲਾਉਣ ਦੀ ਲੋੜ ਪਈ। ਅਸੀਂ ਪੜਾਂਗੇ ਇਸ ਦਾ 3 ਬਾਬ, ਪਹਿਲਾ ਸਾਮੂਏਲ 3 ਬਾਬ ਉਸ ਦੀ 1 ਆਇਤ ਤੋਂ ਲੈ ਕੇ 7 ਆਇਤ ਤੱਕ ਅਸੀਂ ਪੜਾਂਗੇ। ਉਹ ਮੁੰਡਾ ਸੈਮੂਅਲ ਏਲੀ ਦੇ ਸਾਹਮਣੇ ਯਹੋਵਾ ਦੀ ਟਹਿਲ ਕਰਦਾ ਸੀ ਅਤੇ ਉਹਨਾਂ ਦਿਨਾਂ ਵਿੱਚ ਯਹੋਵਾ ਦੀ ਬਾਣੀ ਵੱਡੀ ਦੁਰਲੱਭ ਸੀ, ਕਿਉਂ ਜੋ ਦਰਸ਼ਨ ਘੱਟ ਹੁੰਦਾ ਸੀ। ਅਤੇ ਉਸ ਵੇਲੇ ਅਜਿਹਾ ਹੋਇਆ ਜਾਂ ਏਲੀ ਆਪਣੇ ਥਾਂ ਲੰਮਾ ਪਿਆ ਸੀ ਅਤੇ ਉਹਦੀਆਂ ਅੱਖਾਂ ਅਜਿਹੀਆਂ ਚੁੰਨੀਆਂ ਹੋਣ ਲੱਗੀਆਂ ਜੋ ਵੇਖ ਨਹੀਂ ਸੀ ਸਕਦਾ। ਅਤੇ ਪਰਮੇਸ਼ਵਰ ਦਾ ਦੀਵਾ ਜੋ ਯਹੋਵਾ ਦੀ ਹੈਕਲ ਵਿੱਚ ਜਿੱਥੇ ਪਰਮੇਸ਼ਵਰ ਦਾ ਸੰਦੂਕ ਸੀ ਅਜੇ ਨਹੀਂ ਬੁਝਿਆ ਸੀ ਅਤੇ ਸੈਮੂਅਲ ਲੰਮਾ ਪਿਆ ਹੋਇਆ ਸੀ। ਤਾਂ ਯਹੋਵਾ ਨੇ ਸੈਮੂਅਲ ਨੂੰ ਸੱਦਿਆ ਅਤੇ ਉਹ ਬੋਲਿਆ, ਮੈਂ ਹਾਜ਼ਰ ਹਾਂ। ਇਸ ਜਗ੍ਹਾ ਤੇ ਅਸੀਂ 4 ਆਇਤ ਵਿੱਚੋਂ ਪੜਿਆ, ਜਦ ਸੈਮੂਅਲ ਆਪਣੀ ਜਗ੍ਹਾ ਉੱਤੇ ਰਾਤ ਦੇ ਵੇਲੇ ਸੁੱਤਾ ਸੀ, ਅਜੇ ਦੀਵਾ ਨਹੀਂ ਸੀ ਬੁਝਿਆ, ਉਸ ਵੇਲੇ ਪਰਮੇਸ਼ਰ ਨੇ ਉਸ ਨੂੰ ਦਰਸ਼ਨ ਦਿੱਤਾ। ਤਾਂ ਯਹੋਵਾ ਪਰਮੇਸ਼ਰ ਨੇ ਸੈਮੂਅਲ ਨੂੰ ਪਹਿਲੀ ਵਾਰ ਦਰਸ਼ਨ ਦਿੱਤਾ ਤੇ ਆਖਿਆ, हे ਸੈਮੂਅਲ। ਪਰ ਉਸਨੇ ਪਹਿਲੀ ਵਾਰ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਪਹਿਚਾਨਿਆ। ਉਸਨੇ ਪਹਿਲੀ ਵਾਰ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਪਹਿਚਾਨਿਆ। ਉਸ ਨੂੰ ਲੱਗਾ ਕਿ ਮੈਨੂੰ ਮੇਰੇ ਗੁਰੂ ਏਲੀ ਨੇ ਬੁਲਾਇਆ ਹੈ। ਅੱਗੇ ਜਦ ਅਸੀਂ ਵਚਨ ਦੇ ਵਿੱਚੋਂ ਪੜ੍ਹਦੇ ਹਾਂ, ਆਪਣੇ ਗੁਰੂ ਏਲੀ ਦੇ ਕੋਲ ਗਿਆ ਜਿਸ ਦੇ ਕੋਲ ਰਹਿੰਦਾ ਸੀ ਅਤੇ ਜਾ ਕੇ ਉਸ ਨੂੰ ਆਖਿਆ ਕਿ ਗੁਰੂ ਜੀ ਤੁਸੀਂ ਮੈਨੂੰ ਬੁਲਾਇਆ ਹੈ। ਉਸ ਵੇਲੇ ਏਲੀ ਵੀ ਨਹੀਂ ਸੀ ਜਾਣਦਾ ਕਿ ਇਸ ਮੁੰਡੇ ਨੂੰ ਸੈਮੂਅਲ ਨੂੰ ਪ੍ਰਭੂ ਯਿਸੂ ਮਸੀਹ ਨੇ ਯਹੋਵਾ ਨੇ ਦਰਸ਼ਨ ਦੇ ਕੇ ਬੁਲਾਇਆ ਹੈ। ਇਸ ਲਈ ਉਸ ਨੂੰ ਕਹਿੰਦਾ ਕਿ ਮੈਂ ਤੈਨੂੰ ਨਹੀਂ ਬੁਲਾਇਆ, ਆਪਣੀ ਜਗ੍ਹਾ ਤੇ ਜਾ ਕੇ ਲੰਮਾ ਪੈ ਰਹੋ। ਦੂਸਰੀ ਵਾਰ ਫਿਰ ਪਰਮੇਸ਼ਰ ਉਸ ਨੂੰ ਦਰਸ਼ਨ ਦਿੱਤਾ। ਸ਼ਾਇਦ ਅਸੀਂ ਫਿਰ ਪੜਾਂਗੇ। ਯਹੋਵਾ ਨੇ ਸੈਮੂਅਲ ਨੂੰ ਫਿਰ ਸੱਦਿਆ ਅਤੇ ਸੈਮੂਅਲ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਤੈਂ ਜੋ ਮੈਨੂੰ ਸੱਦਿਆ। ਉਸ ਨੇ ਆਖਿਆ, हे ਮੇਰੇ ਪੁੱਤਰ, ਮੈਂ ਤਾਂ ਨਹੀਂ ਸੱਦਿਆ। ਫਿਰ ਲੰਮਾ ਸ਼ਾਇਦ ਵਿੱਚੋਂ ਪੜਿਆ, ਜਦ ਪਹਿਲੀ ਵਾਰ ਸੈਮੂਅਲ ਨੇ ਆਵਾਜ਼ ਨੂੰ ਨਹੀਂ ਸਿਆਣਿਆ ਅਤੇ ਉਹ ਏਲੀ ਦੇ ਕੋਲ ਗਿਆ, ਦੂਸਰੀ ਵਾਰ ਪਰਮੇਸ਼ਰ ਨੇ ਫਿਰ ਸੈਮੂਅਲ ਨੂੰ ਬੁਲਾਇਆ ਅਤੇ ਉਸਨੇ ਸੈਮੂਅਲ ਨੂੰ ਸੱਦਿਆ, हे ਸੈਮੂਅਲ। ਸੈਮੂਅਲ ਫਿਰ ਉੱਠਿਆ ਜਿਸ ਤਰ੍ਹਾਂ ਉਸਨੇ ਪਹਿਲੀ ਵਾਰ ਕੀਤਾ ਸੀ। ਫਿਰ ਪਰਮੇਸ਼ਰ ਨੇ ਅਜੇ ਤੱਕ ਆਵਾਜ਼ ਨੂੰ ਨਹੀਂ ਸਿਆਤਾ, ਅਜੇ ਤੱਕ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਪਹਿਚਾਨਿਆ। ਉਹ ਫਿਰ ਪਹਿਲੀ ਵਾਰ ਵਾਂਗੂ ਏਲੀ ਦੇ ਕੋਲ ਜਾਂਦਾ ਹੈ ਅਤੇ ਆਖਦਾ ਹੈ, ਮੈਂ ਹਾਜ਼ਰ ਹਾਂ। ਆਖਦਾ ਹੈ ਕਿ ਗੁਰੂ ਜੀ ਮੈਂ ਹਾਜ਼ਰ ਹਾਂ। ਪਰ ਏਲੀ ਉਸ ਨੂੰ ਆਖਦਾ ਹੈ, ਇਹ ਬੇਟਾ, ਇਹ ਸੈਮੂਅਲ ਮੈਂ ਤੈਨੂੰ ਨਹੀਂ ਬੁਲਾਇਆ, ਆਪਣੀ ਜਗ੍ਹਾ ਤੇ ਜਾ ਕੇ ਲੰਮਾ ਪੈ ਰਹੋ। ਅਤੇ ਅਸੀਂ ਹੁਣ ਇਸ 8 ਆਇਤ ਨੂੰ ਫਿਰ ਵੇਖਾਂਗੇ। ਯਹੋਵਾ ਨੇ ਤੀਸਰੀ ਵਾਰ ਸੈਮੂਅਲ ਨੂੰ ਸੱਦਿਆ। ਫਿਰ ਯਹੋਵਾ ਨੇ ਤੀਸਰੀ ਵਾਰ ਸੈਮੂਅਲ ਨੂੰ ਸੱਦਿਆ ਤੇ ਉੱਠ ਕੇ ਏਲੀ ਕੋਲ ਗਿਆ ਅਤੇ ਉਹ ਫਿਰ ਪਹਿਲਾਂ ਦੀ ਵਾਂਗ ਦੀ ਤਰ੍ਹਾਂ ਏਲੀ ਦੇ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਮੈਂ ਹਾਜ਼ਰ ਹਾਂ, ਤੈਂ ਜੋ ਮੈਨੂੰ ਸੱਦਿਆ ਹੈ। ਤੈਂ ਜੋ ਮੈਨੂੰ ਸੱਦਿਆ ਹੈ। ਤਦ ਏਲੀ ਨੇ ਜਾਤਾ ਜੋ ਯਹੋਵਾ ਨੇ ਮੁੰਡੇ ਨੂੰ ਸੱਦਿਆ ਹਾਂ, ਇਸ ਜਗ੍ਹਾ ਤੇ ਸੈਮੂਅਲ ਨੂੰ ਹਜੇ ਤੱਕ ਪਰਮੇਸ਼ਰ ਦੀ ਆਵਾਜ਼ ਨਹੀਂ ਪਹਿਚਾਨ ਰਹੀ।
हजे तक उसने परमेश्वर की आवाज को नहीं पहचानिया। पर तीसरी बार एली जो उसका गुरु हुंदा है उस जगह ते हैकल दे विच रहिंदा है, वो आवाज नूं पहचान लैंदा है। उन्हें अपने मन विच जद तक इस मुंडे नूं परमेश्वर ने सद्या है, जब तीसरी बार इदां हुंदा है तां एली उस नूं कहंदा जद तैनूं अगली बार इदां होवेगा तां तू आखना हे प्रभु हे महाराज मैं तेरे सामने हाजिर हां। फिर ਅਸੀਂ ਇਸ ਦੀ 10 ਆਇਤ ਨੂੰ ਪੜ੍ਹਦੇ ਹਾਂ। तद यहोवा खड़ोता अते अगली वांगू सद्या सैमुएल सैमुएल। तद सैमुएल बोलिया फरमा क्यों जो तेरा दास सुनता है। हाँ, जब अगली बार जब एली उस ਨੂੰ ਦੱਸਦਾ ਕਿ ਤੈਨੂੰ ਪਰਮੇਸ਼ਰ ਬੁਲਾ ਰਿਹਾ ਮੈਂ ਨਹੀਂ ਬੁਲਾ ਰਿਹਾ, ਤਾਂ ਜਦ ਯਹੋਵਾ ਸੈਮੂਅਲ ਤਦ ਪਰਮੇਸ਼ਰ ਸੈਮੂਅਲ ਦੇ ਸਾਹਮਣੇ ਮੁਕਾ ਖਲੋਤਾ। जब ਅਸੀਂ ਇਸ ਨੂੰ ਪਹਿਲਾਂ 3 ਵਾਰ ਪਿੱਛੇ ਪੜ੍ਹਦੇ ਹਾਂ ਤੇ ਬੈਕ ਵਿੱਚ ਜਾਂਦੇ ਹਾਂ ਤਾਂ ਪਰਮੇਸ਼ਰ ਉਸ ਨੂੰ ਇੱਕੋ ਵਾਰ ਆਵਾਜ਼ ਦਿੰਦੇ ਹਨ हे ਸੈਮੂਅਲ। पर इस जगह ते जब अगली बार परमेश्वर उस ਨੂੰ ਬੁਲਾਉਂਦਾ ਹੈ ਤਾਂ ਉਸ ਜਗ੍ਹਾ ਤੇ ਲਿਖਿਆ ਸੈਮੂਅਲ ਸੈਮੂਅਲ। 2 ਵਾਰ परमेश्वर उस ਨੂੰ ਬੁਲਾ ਰਿਹਾ ਹੈ। ਇਸ ਲਈ परमेश्वर ਸਾਨੂੰ ਬੁਲਾਉਂਦਾ ਹੈ। तब सैमुअल ने पहचान लिया कि मैंने परमेश्वर ने बुलाया है। तब सैमुअल बोलिया गुरु जी फरमाओ मैं हाजिर हाँ। सैमुअल फिर परमेश्वर की आवाज ਨੂੰ पहचानता है। क्यों परमेश्वर ने इसਨੂੰ बुलाया सी, इसका की कारण सी, ਉਹ ਵੀ ਅਸੀਂ ਵਚਨ ਦੇ ਵਿੱਚੋਂ ਵੇਖਾਂਗੇ ਕਿਉਂ ਪਰਮੇਸ਼ਰ ਨੇ ਸੈਮੂਅਲ ਨੂੰ ਬੁਲਾਇਆ। ਜਦ ਇਸਤਰੀ ਅਸੀਂ 11 ਤੇ 12 13 ਇੱਕ ਨੂੰ ਪੜ੍ਹਦੇ ਹਾਂ ਪਰਮੇਸ਼ਰ ਨੇ ਇਸ ਨੂੰ ਇੱਕ ਦਰਸ਼ਨ ਦਿੱਤਾ ਸੀ। ਪਰਮੇਸ਼ਰ ਇਸ ਨੂੰ ਕੁਝ ਦੱਸਣਾ ਚਾਹੁੰਦਾ ਸੀ ਜੋ ਇਹਦੇ ਗੁਰੂ ਦੇ ਬਾਰੇ ਸੀ, ਜੋ ਏਲੀ ਦੇ ਬਾਰੇ ਸੀ। ਕੀ ਪਰਮੇਸ਼ਰ ਇਸ ਨੂੰ ਦੱਸਣਾ ਚਾਹੁੰਦਾ ਸੀ ਅਸੀਂ ਪੜਾਂਗੇ 11 12 ਤੇ 13 ਇੱਕ ਨੂੰ ਅਸੀਂ ਪੜਾਂਗੇ। ਤਾਂ ਯਹੋਵਾ ਨੇ ਸੈਮੂਅਲ ਨੂੰ ਆਖਿਆ ਵੇਖ ਮੈਂ ਇਸਰਾਇਲ ਦੇ ਵਿੱਚ ਇੱਕ ਅਜਿਹਾ ਕੰਮ ਕਰਾਂਗਾ ਜਿਸ ਦੇ ਸੁਣਨ ਵਾਲਿਆਂ ਦੇ ਦੋਵੇਂ ਕੰਨ ਸਾਂ-ਸਾਂ ਪਾਏ ਕਰਨਗੇ। ਸੋ ਉਸ ਦਿਨ ਮੈਂ ਏਲੀ ਉੱਤੇ ਸਭ ਕੁਝ ਆਦ ਤੋਂ ਅੰਤ ਤੱਕ ਲਿਆਵਾਂਗਾ ਜੋ ਮੈਂ ਉਹਦੇ ਟੱਬਰ ਦੇ ਲਈ ਆਖਿਆ ਸੀ। ਕਿਉਂ ਜੋ ਮੈਂ ਉਹਨੂੰ ਆਖਿਆ ਭਾਈ ਮੈਂ ਉਸ ਉੱਤੇ ਬਰਿਆਈ ਦੇ ਕਾਰਨ ਜਿਹਨੂੰ ਉਹਨੇ ਜਾਣ ਵੀ ਲਿਆ ਹੈ ਸੰਦੀਪਕ ਤੋੜੀ ਉਹਦੇ ਘਰ ਤੋਂ ਬਦਲਾ ਲਵਾਂਗਾ। ਕਿਉਂ ਜੋ ਉਹਦੇ ਪੁੱਤਰਾਂ ਨੇ ਆਪਣੇ ਆਪ ਨੂੰ ਨੀਚ ਕੀਤਾ ਹੈ ਅਤੇ ਉਹਨੇ ਉਹਨਾਂ ਨੂੰ ਨਹੀਂ ਵਰਜਿਆ। ਇਸੇ ਕਰਕੇ ਏਲੀ ਦੇ ਟੱਬਰ ਲਈ ਮੈਂ ਸਹੁੰ ਖਾਦੀ ਹੈ ਜੋ ਏਲੀ ਦੇ ਟੱਬਰ ਦੀ ਬੁਰਾਈ ਕਿਸੇ ਬਲੀ ਜਾਂ ਭੇਡ ਦੇ ਨਾਲ ਸਦਾ ਤੱਕ ਨਾ ਮਿਟੇ। हाँ, परमेश्वर ने इसमें एक दर्शन दिता इसके गुरु बारे एली बारे उसके 2 बेटियां बारे परमेश्वर इस उस जगह ते दस रहा। हाफनी ते फिनास बारे परमेश्वर इस जगह ते गलबात कर रहा। ओने परमेश्वर ने उस नु आख्या कि ओ परमेश्वर दे जो लोग उस जगह ते अकल विच पेटा चढ़ाउंदे हन उन्हां नु खांदे हन। इस जगह ते परमेश्वर कहंदा मैं एली दे पुत्रां ते बहुत क्रोधवान होया। मैं उन्हां नु किसे भी बलि होम बलि तो जा किसे दान तो उन्होंने माफ नहीं करांगा क्योंकि परमेश्वर जानदा सी वो परमेश्वर दे हैकल दे विचों चुरा के लोकां नाल दान खांदे सन। इस वचन ਨੂੰ ਅਸੀਂ ਪੜਾਂਗੇ ਪਹਿਲਾ ਸਾਮੂਅਲ 2 ਬਾਬ ਉਹਦੀ 2 ਬਾਬ ਉਹਦੀ 29 ਐਤ ਨੂੰ ਅਸੀਂ ਵਚਨ ਦੇ ਵਿੱਚੋਂ ਪੜਾਂਗੇ। ਫਿਰ ਤੁਸੀਂ ਕਾਂ ਨੂੰ ਮੇਰੀ ਉਸ ਬਲੀ ਉੱਤੇ ਅਤੇ ਮੇਰੀ ਭੇਡ ਨੂੰ ਜੋ ਮੇਰੀ ਆਗਿਆ ਨਾਲ ਮੇਰੇ ਘਰ ਵਿੱਚ ਚੜਾਈ ਜਾਂਦੀ ਹੈ ਲੱਤ ਮਾਰ ਦਿਓ। ਹਾਂ, ਪਰਮੇਸ਼ਰ ਇਸ ਜਗ੍ਹਾ ਤੇ ਕਨਫਰਮ ਕਰ ਰਹੇ ਜੋ ਮੇਰੀ ਭੇਡ ਜੋ ਮੇਰੇ ਘਰ ਦੇ ਵਿੱਚ ਮੇਰੀ ਆਗਿਆ ਦੇ ਨਾਲ ਚੜਾਈ ਜਾਂਦੀ ਹੈ ਤੁਸੀਂ ਉਸ ਨੂੰ ਲੱਤ ਮਾਰਦੇ ਹੋ। ਅਤੇ ਤੂੰ ਕਿਉਂ ਆਪਣੇ ਪੁੱਤਰਾਂ ਦਾ ਮੇਰੇ ਨਾਲ ਵਧੇਕ ਆਦਰ ਕਰਦਾ ਹੈ। ਤੂੰ ਏਲੀ ਪਰਮੇਸ਼ਰ ਜਗ੍ਹਾ ਤੇ ਏਲੀ ਨੂੰ ਆਖਰੇ ਤੂੰ ਕਿਉਂ ਆਪਣੇ ਪੁੱਤਰਾਂ ਦਾ ਮੇਰੇ ਨਾਲ ਵਧੇਕ ਆਦਰ ਕਰਦਾ ਹੈ। ਜੋ ਤੁਸੀਂ ਮੇਰੀ ਪ੍ਰਜਾ ਇਸਰਾਇਲ ਦੀਆਂ ਚੰਗੀਆਂ ਭੇਡਾਂ ਨੂੰ ਖਾ ਕੇ ਮੋਟੇ ਬਣੋ। ਹਾਂ, ਤੁਸੀਂ ਮੇਰੀ ਇਸਰਾਇਲ ਦੀ ਪ੍ਰਜਾ ਦੀਆਂ ਚੰਗੀਆਂ ਭੇਡਾਂ ਨੂੰ ਖਾ ਕੇ ਮੋਟੇ ਬਣੋ। ਇਹ ਸੀ ਸੈਮੂਅਲ ਦਾ ਦਰਸ਼ਨ। ਇਸ ਲਈ ਪਰਮੇਸ਼ਰ ਨੇ ਉਸ ਨੂੰ ਬੁਲਾਇਆ ਸੀ। जब अगे ਅਸੀਂ ਇਸ ਨੂੰ ਪੜ੍ਹ ਕੇ ਵੇਖਦੇ ਹਾਂ ਤਾਂ ਏਲੀ ਨੂੰ ਦੱਸਦਾ ਹੈ ਸਭ ਕੁਝ ਦੱਸਦਾ ਹੈ ਪਰ ਅਸੀਂ ਸਮੇਂ ਹੋਣ ਦੇ ਕਰਕੇ ਉਸ ਜਗ੍ਹਾ ਤੇ ਨਹੀਂ ਜਾਵਾਂਗੇ। ਸਾਡੇ ਵਚਨ ਦਾ ਵਿਸ਼ੇ ਸੀ 3 ਗੱਲਾਂ ਦੀ ਮਹੱਤਤਾ। ਇਸ ਜਗ੍ਹਾ ਤੇ ਅਸੀਂ ਵੇਖਦੇ ਹਾਂ 3 ਵਾਰ ਪਰਮੇਸ਼ਰ ਨੇ ਸੈਮੂਅਲ ਨੂੰ ਬੁਲਾਇਆ। 3 ਵਾਰ ਉਸਨੇ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਪਛਾਣਿਆ। ਉਸ ਤੋਂ ਬਾਅਦ ਉਸਨੇ ਪਰਮੇਸ਼ਰ ਦੀ ਆਵਾਜ਼ ਨੂੰ ਪਛਾਣਿਆ। ਇਸ ਜਗ੍ਹਾ ਤੇ ਨਾਲ ਅਸੀਂ ਉਸ ਦੀ ਆਗਿਆਕਾਰੀ ਨੂੰ ਵੀ ਵੇਖਦੇ ਹਾਂ। ਉਹ ਅੱਕਿਆ ਨਹੀਂ। ਜਦ ਬਾਰ-ਬਾਰ ਪਰਮੇਸ਼ਰ ਉਸ ਨੂੰ ਬੁਲਾ ਰਹੇ ਸਨ ਉਹ ਅੱਕਿਆ ਨਹੀਂ। ਅਸੀਂ ਇਸ ਨੂੰ ਦੁਨਿਆਵੀ ਤੌਰ ਤੇ ਜਦ ਲੈਂਦੇ ਆ ਜਦ ਅਸੀਂ ਸੁੱਤੇ ਹੁੰਦੇ ਆ ਤਾਂ ਸਾਨੂੰ ਕੋਈ ਬਾਰ-ਬਾਰ ਤੰਗ ਕਰਦਾ ਹੈ ਤਾਂ ਅਸੀਂ ਉਸ ਨੂੰ ਖਿੱਚ ਕੇ ਪੈਂਦੇ ਆ। ਜੇ ਸਾਨੂੰ ਕੋਈ ਬਾਰ-ਬਾਰ ਸੁੱਤੇ ਪਏ ਫੋਨ ਕਰਦਾ ਹੈ ਅਸੀਂ ਉਸ ਨੂੰ ਫੋਨ ਕੱਟ ਕਰ ਦਿੰਦੇ ਹਾਂ ਜਾਂ ਫੋਨ ਬੰਦ ਕਰ ਦਿੰਦੇ ਆ। ਪਰ ਸੈਮੂਅਲ ਇਸ ਜਗ੍ਹਾ ਤੇ ਆਪਣੇ ਗੁਰੂ ਦੇ ਅਧੀਨ ਸੀ। ਬੇਸ਼ੱਕ ਉਹ ਨਹੀਂ ਸੀ ਜਾਣਦਾ ਕਿ ਮੈਨੂੰ ਪਰਮੇਸ਼ਰ ਆਵਾਜ਼ ਮਾਰ ਰਿਹਾ ਹੈ ਉਹ ਪਰ ਫਿਰ ਵੀ ਆਪਣੇ ਗੁਰੂ ਦੇ ਅਧੀਨ ਸੀ। 3 ਵਾਰ ਆਪਣੀ ਨੀਂਦ ਨੂੰ
ਛੱਡ ਕੇ ਆਪਣੇ ਗੁਰੂ ਦੇ ਕੋਲ ਜਾਂਦਾ ਹੈ ਅਤੇ ਤਿੰਨੀ ਵਾਰ ਆਖਦਾ ਮੈਂ ਹਾਜ਼ਰ ਹਾਂ। ਅੱਜ ਸਾਨੂੰ ਵੀ ਲੋੜ ਹੈ ਕਿ ਅਸੀਂ ਆਪਣੇ ਆਗੂ ਦੇ ਆਗਿਆਕਾਰ ਹੋਈਏ, ਜਿਹੜਾ ਸਾਨੂੰ ਚਲਾਉਣ ਵਾਲਾ ਹੈ। ਅਸੀਂ ਆਪਣੇ ਸੇਵਕ ਦੇ ਅਧੀਨ ਹੋਈਏ, ਜਿਹੜਾ ਸਾਨੂੰ ਗਾਈਡ ਕਰ ਰਿਹਾ ਹੈ, ਜਿਹੜਾ ਸਾਨੂੰ ਦੱਸ ਰਿਹਾ ਕਿ ਭਲਾ ਕੀ ਹੈ ਤੇ ਬੁਰਾ ਕੀ ਹੈ, ਜਿਹੜਾ ਦਿਨ ਰਾਤ ਸਾਡੇ ਲਈ ਪ੍ਰਾਰਥਨਾਵਾਂ ਕਰ ਰਿਹਾ ਹੈ। ਸਾਨੂੰ ਲੋੜ ਹੈ ਆਪਣੇ ਆਗੂ ਦੇ ਵੀ ਅਧੀਨ ਰਹਿਣ ਦੀ, ਤਾਂ ਫਿਰ ਪਰਮੇਸ਼ਰ ਸਾਨੂੰ ਬਰਕਤ ਦੇਵੇਗਾ। ਇਸ ਜਗ੍ਹਾ ਤੇ ਪਰਮੇਸ਼ਰ ਸੈਮੂਅਲ ਨੂੰ ਉੱਚਾ ਕਰ ਦਿੰਦਾ ਹੈ। ਉਸਨੇ ਆਪਣੇ ਗੁਰੂ ਦੇ ਬੇਟਿਆਂ ਬਾਰੇ ਜੋ ਦਰਸ਼ਨ ਵੇਖਿਆ ਹੋਇਆ ਮੈਨੂੰ ਦੱਸਦਾ ਹੈ। ਅਸੀਂ ਸਮੇਂ ਹੋਣ ਦੇ ਨਾਤੇ ਉਸ ਜਗ੍ਹਾ ਤੇ ਨਹੀਂ ਜਾਵਾਂਗੇ ਅਤੇ ਅਸੀਂ ਫਿਰ ਤਿੰਨ ਗੱਲਾਂ ਬਾਰੇ ਹੋਰ ਅਸੀਂ ਵੇਖਾਂਗੇ। ਤਿੰਨ ਗੱਲਾਂ ਪਰਮੇਸ਼ਰ ਸਾਨੂੰ ਹੋਰ ਕੀ ਆਖਦਾ ਹੈ। ਇਸ ਜਗ੍ਹਾ ਤੇ ਅਸੀਂ ਤਿੰਨ ਵਾਰ ਵੇਖਿਆ ਕਿ ਸੈਮੂਅਲ ਨੇ ਆਵਾਜ਼ ਨੂੰ ਨਹੀਂ ਪਹਿਚਾਨਿਆ ਅਤੇ ਤਿੰਨ ਗੱਲਾਂ ਅਸੀਂ ਹੋਰ ਵਚਨ ਦੇ ਵਿੱਚੋਂ ਪੜਾਂਗੇ। ਅਸੀਂ ਪੜਾਂਗੇ ਮੱਤੀ 7 ਬਾਬ ਉਹਦੀ 7 ਆਇਤ ਨੂੰ। ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਪਹਿਲੀ ਗੱਲ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਢੂੰਡੋ ਤਾਂ ਤੁਹਾਨੂੰ ਲੱਭੇਗਾ। ਦੂਜੀ ਗੱਲ ਢੂੰਡੋਗੇ ਤਾਂ ਤੁਹਾਨੂੰ ਲੱਭੇਗਾ। ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ। ਤੀਜੀ ਗੱਲ ਖੜਕਾਓਗੇ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ। ਇਸ ਜਗ੍ਹਾ ਤੇ ਅਸੀਂ ਤਿੰਨ ਗੱਲਾਂ ਨੂੰ ਫੇਰ ਵੇਖ ਰਹੇ ਹਾਂ। ਮੰਗੋਗੇ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋਗੇ ਤਾਂ ਤੁਸੀਂ ਲੱਭੋਗੇ, ਖੜਕਾਓਗੇ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ। ਅਸੀਂ ਤਿੰਨ ਗੱਲਾਂ ਇਸ ਜਗ੍ਹਾ ਤੇ ਫੇਰ ਵੇਖ ਰਹੇ ਹਾਂ। ਅਸੀਂ ਮੰਗਣਾ ਕਿਵੇਂ ਹੈ? ਕਿਸੇ ਕੋਲ ਮੰਗਣਾ ਹੈ। ਕਿਸ ਕੋਲੋਂ ਅਸੀਂ ਮੰਗਣਾ ਹੈ? ਅਸੀਂ ਪੜਾਂਗੇ ਮੱਤੀ 6 ਬਾਬ ਉਸ ਦੀ 8 ਆਇਤ ਨੂੰ ਅਸੀਂ ਪੜਾਂਗੇ। ਸੋ ਤੁਸੀਂ ਉਹਨਾਂ ਵਰਗੇ ਨਾ ਹੋਵੋ, ਕਿਉਂ ਜੋ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ। ਭਾਈ ਤੁਹਾਨੂੰ ਕਿੰਨਾ ਵਸਤਾਂ ਦੀ ਲੋੜ ਹੈ। ਅਸੀਂ ਵਚਨ ਦੇ ਵਿੱਚੋਂ ਪੜਿਆ ਸੀ ਮੰਗੋਗੇ ਤਾਂ ਤੁਹਾਨੂੰ ਦਿੱਤਾ ਜਾਵੇਗਾ। ਇਸ ਜਗ੍ਹਾ ਤੇ ਅਸੀਂ ਪੜ ਰਹੇ ਹਾਂ ਤੁਸੀਂ ਉਹਨਾਂ ਵਰਗੇ ਨਾ ਹੋਵੋ, ਤੁਸੀਂ ਉਹਨਾਂ ਮਨੁੱਖਾਂ ਵਰਗੇ ਨਾ ਹੋ, ਕਿਉਂਕਿ ਜਿਹੜਾ ਤੁਹਾਡਾ ਸਵਰਗੀਏ ਪਿਤਾ ਹੈ, ਜਿਹੜਾ ਉਸ ਕਾਸ਼ਾਂ ਦੇ ਉੱਤੇ ਪਿਤਾ ਦੇ ਸੱਜੇ ਹੱਥ ਤੇ ਵਿਰਾਜਮਾਨ ਹੈ, ਉਹ ਪਿਤਾ ਨੂੰ ਤੁਹਾਡੀ ਸਭ ਕੁਝ ਪਤਾ ਹੈ ਕਿ ਮੇਰੇ ਬੱਚਿਆਂ ਨੂੰ ਕਿਸ ਦੀ ਲੋੜ ਹੈ, ਕਿੰਨਾ ਵਸਤਾਂ ਦੀ ਲੋੜ ਹੈ। ਅਸੀਂ ਉਸ ਦਿਨ ਵੀ ਵਚਨ ਦੇ ਵਿੱਚ ਸੁਣ ਰਹੇ ਸੀ, ਮੇਰੇ ਪਿਛਲੇ ਪਾਠਾਂ ਦੇ ਵਿੱਚ ਇਹ ਬਿਆਨ ਹੈ ਸਭ। ਇਸ ਵਚਨ ਨੂੰ ਅਸੀਂ ਕੀਤਾ ਸੀ ਕਿ ਉਸ ਖੁਦਾ ਬਾਪ ਨੂੰ ਸਭ ਗੱਲਾਂ ਦਾ ਫਿਕਰ ਹੈ। ਇਸ ਲਈ ਉਹ ਕਹਿੰਦਾ ਹਰੇਕ ਚੰਗਾ ਦਾਨ ਤੇ ਹਰੇਕ ਪੂਰਨ ਦਾਤਾ ਉਤਾਹਾਂ ਤੋਂ ਹੈ ਅਤੇ ਜੋਤਾਂ ਦੇ ਪਿਤਾ ਦੇ ਕੋਲੋਂ ਮਿਲਦੀਆਂ ਹਨ। ਸਭ ਕੁਝ ਉਸੇ ਪਿਤਾ ਦੇ ਕੋਲੋਂ ਮਿਲਦਾ ਹੈ। ਅਸੀਂ ਉਸ ਪਿਤਾ ਦੇ ਕੋਲੋਂ ਮੰਗਣਾ ਹੈ। ਜੇ ਅਸੀਂ ਇਸ ਨੂੰ ਦੁਨਿਆਵੀ ਤੌਰ ਤੇ ਵੇਖੀਏ, ਦੁਨਿਆਵੀ ਤੌਰ ਤੇ ਰਿਲੇਟ ਕਰੀਏ, ਜੇ ਅਸੀਂ ਕਿਸੇ ਕੋਲ ਮੰਗੀਏ, ਜੇ ਕਿਸੇ ਇਨਸਾਨ ਦੇ ਕੋਲੋਂ ਪੈਸੇ ਦੀ ਉਮੀਦ ਰੱਖੀਏ, ਤਾਂ ਉਹ ਪਹਿਲਾਂ ਸਾਨੂੰ ਬੜੇ ਲਾਰੇ ਅਤੇ ਲੱਪੇ ਲਾਉਂਦਾ ਹੈ, ਬਹੁਤ ਤਰਲੇ, ਬਹੁਤ ਗੱਲਾਂ ਕਢਵਾਉਂਦਾ ਹੈ, ਫਿਰ ਕਿਤੇ ਪੈਸੇ ਦਿੰਦਾ ਹੈ। ਪਰ ਜਦੋਂ ਸਾਨੂੰ ਪੈਸੇ ਮਿਲ ਜਾਂਦੇ ਹਨ ਤਾਂ ਫਿਰ ਸਾਨੂੰ ਵਾਪਸ ਦੇਣ ਦੀ ਵੀ ਚਿੰਤਾ ਹੁੰਦੀ ਹੈ ਕਿ ਅਸੀਂ ਇਸ ਦੇ ਕੋਲ ਪੈਸੇ ਲੈ ਆਣੇ, ਇਹਨੂੰ ਵਾਪਸ ਵੀ ਦੇਣੇ ਹਨ। ਪਰ ਜੇ ਅਸੀਂ ਸਵਰਗੀ ਪਿਤਾ ਦੇ ਕੋਲੋਂ ਮੰਗਦੇ ਹਾਂ, ਵਚਨ ਦੇ ਦਾਸ ਦੇ ਸਵਰਗੀ ਪਿਤਾ ਦੇ ਕੋਲੋਂ ਮੰਗਦੇ ਹਾਂ, ਤਾਂ ਸਾਨੂੰ ਵਾਪਸ ਦੇਣ ਦੀ ਕੋਈ ਚਿੰਤਾ ਨਹੀਂ, ਕਿਉਂਕਿ ਉਹ ਪਰਮੇਸ਼ਰ ਕਹਿੰਦਾ ਮੈਨੂੰ ਪਤਾ ਹੈ ਕਿ ਤੁਹਾਨੂੰ ਕਿਹੜੀਆਂ ਵਸਤਾਂ ਦੀ ਜ਼ਰੂਰਤ ਹੈ। ਮੈਂ ਸਮੇਂ ਦੇ ਅਨੁਸਾਰ ਮੈਂ ਸਭ ਕੁਝ ਤੁਹਾਨੂੰ ਦਵਾਂਗਾ। ਤੁਸੀਂ ਧਰਮ ਤੇ ਰਾਜ ਦੀ ਖੋਜ ਕਰੋ, ਫਿਰ ਦੁਨਿਆਵੀ ਚੀਜ਼ਾਂ ਤੁਹਾਡੇ ਪਿੱਛੇ ਪੈ ਮਿਲਣਗੀਆਂ। ਪਰ ਅਸੀਂ ਇਸ ਐਤ ਤੋਂ ਵਿਟ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਜੇ ਸਾਨੂੰ ਪਹਿਲਾਂ ਦੁਨਿਆਵੀ ਬਰਕਤਾਂ ਮਿਲ ਗਈਆਂ ਤਾਂ ਫਿਰ ਅਸੀਂ ਪਰਮੇਸ਼ਰ ਦੇ ਪਿੱਛੇ ਲੱਗਾਂਗੇ। ਪਰ ਇਹ ਗਲਤ ਹੈ, ਇਹ ਰੋਂਗ ਹੈ। ਜੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਪਹਿਲਾਂ ਲੱਭਦੇ ਹਾਂ, ਵਚਨ ਕਹਿੰਦਾ ਤੁਸੀਂ ਉੱਥੇ ਤੰਦ ਜੋੜੋ ਜਿੱਥੇ ਜੰਗਾਲ ਅਤੇ ਕੀੜਾ ਨਹੀਂ ਲੱਗਦਾ, ਜਿੱਥੇ ਕੋਈ ਚੋਰ ਚੁਰਾ ਕੇ ਨਹੀਂ ਲੈ ਜਾਂਦਾ। ਪਰ ਜੇ ਤੁਸੀਂ ਦੁਨੀਆ ਦੇ ਵਿੱਚ ਤੰਦ ਜੋੜਦੇ ਹੋ ਤਾਂ ਤੁਹਾਨੂੰ ਬਹੁਤ ਫਿਕਰ ਹੁੰਦੀ ਹੈ ਕਿ ਸਾਡੇ ਘਰ ਕੋਈ ਚੋਰੀ ਨਾ ਕਰੇ। ਇਸ ਲਈ ਕਹਿੰਦਾ ਜਿੱਥੇ ਤੇਰਾ ਧਨ ਉੱਥੇ ਤੇਰਾ ਮਨ ਹੈ। ਸਾਨੂੰ ਪਰਮੇਸ਼ਰ ਦੇ ਕੋਲੋਂ ਮੰਗਣਾ ਚਾਹੀਦਾ ਹੈ। ਹਜੇ ਦੇ ਵਿੱਚ ਲਿਖਦਾ ਚਾਂਦੀ ਮੇਰੀ ਤੇ ਸੋਨਾ ਵੀ ਮੇਰਾ ਹੈ। ਜਿਹੜੀ ਇਸ ਜਗ੍ਹਾ ਤੇ ਅਸੀਂ ਬਹੁਤ ਮੁੱਲੀਆਂ ਵਸਤਾਂ ਵੇਖ ਗਿਣਦੇ ਹਾਂ, ਉਹ ਪਰਮੇਸ਼ਰ ਸਾਨੂੰ ਸਭ ਕੁਝ ਦਿੰਦਾ ਹੈ। ਅਸੀਂ ਵਚਨ ਦੇ ਵਿੱਚ ਹੋਰ ਪੜਾਂਗੇ, ਯੂਹੰਨਾ 16 ਬਾਬ ਉਸ ਦੀ 23 ਆਇਤ ਨੂੰ ਮੰਗਣ ਦੇ ਬਾਰੇ ਅਸੀਂ ਹੋਰ ਪੜਾਂਗੇ। ਅਤੇ ਉਸ ਦਿਨ ਤੁਸੀਂ ਮੇਰੇ ਤੋਂ ਕੋਈ ਸਵਾਲ ਨਾ ਕਰੋਗੇ। ਮੈਂ ਤੁਹਾਨੂੰ ਸੱਚ ਆਖਦਾ, ਜੇ ਤੁਸੀਂ ਪਿਤਾ ਕੋਲੋਂ ਕੁਝ ਮੰਗੋ ਤਾਂ ਉਹ ਮੇਰੇ ਨਾਮ ਕਰਕੇ ਤੁਹਾਨੂੰ ਦੇਵੇਗਾ। ਹਾਂ, ਇਸ ਵਿੱਚ ਅਸੀਂ ਪੜਿਆ ਜੋ ਕੁਝ ਤੁਸੀਂ ਪਿਤਾ ਕੋਲੋਂ ਮੇਰੇ ਨਾਮ ਵਿੱਚ ਮੰਗੋਗੇ ਮੈਂ ਤੁਹਾਨੂੰ ਉਹੀ ਦਵਾਂਗਾ। ਅਸੀਂ ਪਿਤਾ ਦੇ ਕੋਲੋਂ ਮੰਗਣਾ ਹੈ। ਦੁਨਿਆਵੀ ਤੌਰ ਤੇ ਵੀ ਅਸੀਂ ਵੇਖਦੇ ਹਾਂ ਬੱਚੇ ਆਪਣੇ ਬਾਪ ਦੇ ਕੋਲੋਂ ਹੀ ਮੰਗਦੇ ਹਨ, ਕਿਸੇ ਕੋਲੋਂ ਜਾ ਕੇ ਨਹੀਂ ਮੰਗਦੇ ਕਿ ਸਾਨੂੰ ਕੱਪੜੇ ਦੀ ਜ਼ਰੂਰਤ ਹੈ, ਸਾਨੂੰ ਫੀਸ ਦੀ ਜ਼ਰੂਰਤ ਹੈ, ਸਾਨੂੰ ਆਸੇ ਦੀ ਜ਼ਰੂਰਤ ਹੈ, ਸਾਨੂੰ ਆਹ ਕੰਮ ਦੀ ਜ਼ਰੂਰਤ ਹੈ। ਅਸੀਂ ਵੇਖਦੇ ਹਾਂ ਹਮੇਸ਼ਾ ਬੇਟਾ ਜਾਂ ਬੇਟੀ ਆਪਣੇ ਬਾਪ ਦੇ ਕੋਲ ਆਉਂਦੀ ਹੈ, ਜਿਹੜਾ ਘਰ ਨੂੰ ਚਲਾਉਣ ਵਾਲਾ ਹੁੰਦਾ ਹੈ।
ਇਸੇ ਤਰ੍ਹਾਂ ਸਾਨੂੰ ਪਿਤਾ ਕੋਲੋਂ ਮੰਗਣ ਦੀ ਲੋੜ ਹੈ, ਜਿਹੜਾ ਆਕਾਸ਼ਾਂ ਦੇ ਉੱਤੇ ਵਿਰਾਜਮਾਨ ਹੈ, ਫਿਰ ਸਾਨੂੰ ਸਭ ਕੁਝ ਮਿਲੇਗਾ। ਅੱਗੇ ਲਿਖਦਾ, ਤੁਸੀਂ ਅਜੇ ਤੱਕ ਪਿਤਾ ਦੇ ਕੋਲੋਂ ਮੇਰਾ ਨਾਮ ਲੈ ਕੇ ਮੰਗਿਆ ਹੀ ਨਹੀਂ। ਮੰਗਣ ਬਾਰੇ ਵੀ ਪਰਮੇਸ਼ਰ ਦੱਸਦਾ ਹੈ ਕਿ ਮੰਗਣਾ ਵੀ ਕਿਸ ਤਰੀਕੇ ਨਾਲ ਹੈ। ਮੰਗਣ ਬਾਰੇ ਵੀ ਪਰਮੇਸ਼ਰ ਸਾਨੂੰ ਦੱਸਦਾ ਕਿ ਅਸੀਂ ਮੰਗਣਾ ਵੀ ਕਿਸ ਤਰੀਕੇ ਨਾਲ, ਕਿਉਂਕਿ ਅਸੀਂ ਮੰਗਣ ਬਾਰੇ ਗੱਲ ਕਰ ਰਹੇ ਹਾਂ ਕਿ ਮੰਗੋਗੇ ਤਾਂ ਤੁਹਾਨੂੰ ਦਿੱਤਾ ਜਾਵੇਗਾ। ਮੰਗਣਾ ਵੀ ਕਿਸ ਤਰੀਕੇ ਨਾਲ ਹੈ। ਪਹਿਲਾਂ ਅਸੀਂ ਸਿੱਖਿਆ ਮੰਗਣਾ ਸੀ ਪਿਤਾ ਦੇ ਕੋਲੋਂ ਹੈ। ਮੰਗਣਾ ਕਿਸ ਤਰੀਕੇ ਦੇ ਨਾਲ ਹੈ ਅਸੀਂ ਪੜਾਂਗੇ। ਯਾਕੂਬ 4 ਬਾਬ ਅਸੀਂ 3 ਅਸੀਂ ਵਚਨ ਦੇ ਵਿੱਚੋਂ ਪੜਾਂਗੇ। ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ। ਤੁਸੀਂ ਮੰਗਦੇ ਹੋ ਤਾਂ ਪਰ ਲੱਭਦਾ ਨਹੀਂ। ਜੋ ਬਦਨੀਤੀ ਨਾਲ ਮੰਗਦੇ ਹੋ। ਹਾਂ, ਤੁਸੀਂ ਬਦਨੀਤੀ ਦੇ ਨਾਲ ਮੰਗਦੇ ਹੋ। ਵਚਨ ਕਹਿੰਦਾ ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ, ਕਿਉਂ ਜੋ ਤੁਸੀਂ ਬਦਨੀਤੀ ਦੇ ਨਾਲ ਮੰਗਦੇ ਹੋ। ਅੱਜ ਅਸੀਂ ਵੇਖਣਾ ਕਿ ਅਸੀਂ ਕਿਤੇ ਬਦਨੀਤੀ ਦੇ ਨਾਲ ਨਹੀਂ ਮੰਗ ਰਹੇ। ਅਸੀਂ ਇਸ ਨੂੰ ਦੁਨਿਆਵੀ ਤੌਰ ਤੇ ਰਿਲੇਟ ਫਿਰ ਕਰਦੇ ਹਾਂ। ਜੇ ਅਸੀਂ ਪਿਤਾ ਕੋ, ਆਪਣੇ ਬਾਪ ਕੋ, ਜਿਸਮਾਨੀ ਬਾਪ ਕੋ ਗੁੱਸੇ ਨਾਲ ਮੰਗਾਂਗੇ ਤਾਂ ਜਿਹੜਾ ਸਹੀ ਪਿਤਾ ਹੋਏਗਾ, ਜਿਹੜਾ ਆਪਣੇ ਬੱਚਿਆਂ ਦੀ ਦੇਖ ਰੇਖ ਕਰਦਾ ਹੈ, ਉਹ ਕਦੀ ਵੀ ਨਹੀਂ ਗੁੱਸੇ ਦੇ ਵਿੱਚ ਦਵੇਗਾ, ਕਿਉਂਕਿ ਉਹਨੂੰ ਪਤਾ ਜੇ ਮੈਂ ਅੱਜ ਇਸ ਨੂੰ ਗੁੱਸੇ ਨਾਲ ਦਵਾਂਗਾ ਤਾਂ ਕੱਲ ਨੂੰ ਇਹ ਮੇਰੇ ਉੱਤੇ ਗੁੱਸਾ ਕਰਕੇ ਮੇਰਾ ਸਭ ਕੁਝ ਛੀਨ ਸਕਦਾ ਹੈ। ਇਸੇ ਤਰ੍ਹਾਂ ਬਾਪ ਵੀ ਕਹਿੰਦਾ ਹੈ ਤੁਸੀਂ ਮੰਗਦੇ ਹੋ ਲੱਭਦਾ ਨਹੀਂ, ਕਿਉਂ ਜੋ ਤੁਸੀਂ ਬਦਨੀਤੀ ਦੇ ਨਾਲ ਮੰਗਦੇ ਹੋ। ਮੰਗਣ ਬਾਰੇ ਵੀ ਦੱਸਦਾ ਪਰਮੇਸ਼ਰ ਕਹਿੰਦਾ ਸਾਫ਼ ਹਿਰਦੇ ਨਾਲ ਮੇਰੇ ਕੋਲੋਂ ਮੰਗੋ, ਫਿਰ ਮੈਂ ਤੁਹਾਨੂੰ ਦਵਾਂਗਾ। ਬੇਸ਼ੱਕ ਥੋੜਾ ਟਾਈਮ ਲੱਗ ਸਕਦਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਅੱਜ ਪ੍ਰਾਰਥਨਾ ਕੀਤੀ ਤਾਂ ਸਾਨੂੰ ਹੁਣੇ ਹੀ ਮਿਲੇ। ਪਰਮੇਸ਼ਰ ਉਪਦੇਸ਼ਕ ਦੇ ਵਿੱਚ ਲਿਖਦਾ ਹਰੇਕ ਕੰਮ ਦਾ ਇੱਕ ਵੇਲਾ ਹੈ। ਪਰਮੇਸ਼ਰ ਵੇਲੇ ਸਿਰ ਸਾਰਾ ਕੰਮ ਕਰਦਾ ਹੈ, ਕਿਉਂਕਿ ਉਸ ਨੂੰ ਸਭ ਗੱਲਾਂ ਦਾ ਪਤਾ ਹੁੰਦਾ ਹੈ। ਅਸੀਂ ਪਹਿਲੀ ਗੱਲ ਸਿੱਖਿਆ ਮੰਗਣ ਬਾਰੇ। ਦੂਸਰੀ ਗੱਲ ਅਸੀਂ ਸਿੱਖਾਂਗੇ, ਅੱਗੇ ਵਚਨ ਕਹਿੰਦਾ ਢੂੰਡੋਗੇ ਤਾਂ ਤੁਹਾਨੂੰ ਲੱਭੇਗਾ। ਅਸੀਂ ਢੂੰਡਣਾ ਵੀ ਹੈ। ਕੀ ਚੀਜ਼ ਢੂੰਡਣਾ ਅਸੀਂ ਪੜਾਂਗੇ। ਪੁਸਤਕ 4 ਬਾਬ 29 ਅਸੀਂ ਵਚਨ ਦੇ ਵਿੱਚ ਵੇਖਾਂਗੇ। ਫਿਰ ਤੁਸੀਂ ਉੱਥੇ ਯਹੋਵਾ ਆਪਣੇ ਪਰਮੇਸ਼ਰ ਦੀ ਭਾਲ ਕਰੋਗੇ। ਫਿਰ ਤੁਸੀਂ ਉੱਥੇ ਯਹੋਵਾ ਆਪਣੇ ਪਰਮੇਸ਼ਰ ਦੀ ਭਾਲ ਕਰੋਗੇ। ਤੁਸੀਂ ਉਹਨੂੰ ਪਾਓਗੇ। ਫਿਰ ਤੁਸੀਂ ਉਹਨੂੰ ਪਾਓਗੇ। ਆਪਣੇ ਸਾਰੇ ਹਿਰਦੇ ਨਾਲ ਆਪਣੇ ਸਾਰੇ ਮਨ ਨਾਲ ਢੂੰਡ ਕਰੋਗੇ। ਜਦ ਅਸੀਂ ਆਪਣੇ ਸਾਰੇ ਹਿਰਦੇ ਨਾਲ ਅਤੇ ਆਪਣੇ ਸਾਰੇ ਮਨ ਦੇ ਨਾਲ ਪਰਮੇਸ਼ਰ ਦੀ ਭਾਲ ਕਰਾਂਗੇ ਤਾਂ ਫਿਰ ਪਰਮੇਸ਼ਰ ਤੁਹਾਨੂੰ ਲੱਭੇਗਾ। ਅਸੀਂ ਜੋ ਢੂੰਡਣ ਬਾਰੇ ਸਿੱਖ ਰਹੇ ਹਾਂ, ਅਸੀਂ ਸਿੱਖ ਰਹੇ ਹਾਂ ਦੁਨਿਆਵੀ ਬਰਕਤਾਂ ਬਾਰੇ ਨਹੀਂ ਸਿੱਖਣਾ। ਅਸੀਂ ਪਰਮੇਸ਼ਰ ਦੀ ਭਾਲ ਕਿਵੇਂ ਕਰਨਾ ਹੈ ਉਸ ਬਾਰੇ ਸਿੱਖਣਾ, ਕਿਉਂਕਿ ਮੈਂ ਵਚਨ ਚੋਂ ਪਹਿਲਾਂ ਦੱਸ ਸਿੱਖਿਆ ਧਰਮ ਅਤੇ ਰਾਜ ਦੀ ਖੋਜ ਕਰੋ, ਫਿਰ ਤੁਹਾਨੂੰ ਸਭ ਕੁਝ ਮਿਲੇਗਾ। ਇਸ ਲਈ ਅਸੀਂ ਉਸ ਪੁਆਇੰਟ ਦੇ ਉੱਤੇ ਹੀ ਰਹਿਣਾ। ਅਸੀਂ ਪਰਮੇਸ਼ਰ ਦੀ ਭਾਲ ਨੂੰ ਕਰਨਾ। ਇਸ ਜਗ੍ਹਾ ਤੇ ਲਿਖਦਾ ਤੁਸੀਂ ਯਹੋਵਾ ਤੇ ਪਰਮੇਸ਼ਰ ਨੂੰ ਭਾਲੋ ਸਾਰੇ ਹਿਰਦੇ ਨਾਲ, ਸਾਰੇ ਤਨ ਨਾਲ, ਸਾਰੇ ਮਨ ਨਾਲ, ਫਿਰ ਪਰਮੇਸ਼ਰ ਤੁਹਾਨੂੰ ਮਿਲੇਗਾ। ਜਦ ਅਸੀਂ ਵੇਖਦੇ ਹਾਂ, ਜਦ ਅਸੀਂ ਕੋਈ ਵੀ ਕੰਮ ਤਨ ਅਤੇ ਮਨ ਦੇ ਨਾਲ ਕਰਦੇ ਹਾਂ ਤਾਂ ਸਾਡੇ ਸਾਰੇ ਕੰਮ ਸਫਲ ਹੁੰਦੇ ਨਾਲ, ਫਿਰ ਸਾਡੇ ਸਾਰੇ ਕੰਮ ਸਫਲ ਹੁੰਦੇ ਹਨ। ਜੇ ਅਸੀਂ ਆਲਸ ਦੇ ਨਾਲ ਕੋਈ ਕੰਮ ਕਰਦੇ ਹਾਂ ਤਾਂ ਹਮੇਸ਼ਾ ਉਹਦੇ ਵਿੱਚ ਕੋਈ ਰੁਕਾਵਟ ਜਾਂ ਉਹ ਕੰਮ ਗਲਤ ਹੋ ਜਾਂਦਾ ਹੈ, ਉਹ ਕਦੀ ਸਫਲ ਨਹੀਂ ਹੁੰਦਾ। ਇਸੇ ਤਰ੍ਹਾਂ ਵਚਨ ਇਹ ਆਖਦਾ ਹੈ ਕਿ ਤੁਸੀਂ ਆਪਣੇ ਪਰਮੇਸ਼ਰ ਨੂੰ ਸਾਰੇ ਹਿਰਦੇ ਨਾਲ ਤੇ ਪੂਰੀ ਰੀਝ ਅਤੇ ਪੂਰੇ ਮਨ ਦੇ ਨਾਲ ਢੂੰਡਣਾ, ਫਿਰ ਪਰਮੇਸ਼ਰ ਤੁਹਾਨੂੰ ਭਾਲੇਗਾ। ਇਸ ਲਈ ਕਹਿੰਦਾ ਜਦ ਵੀ ਤੁਸੀਂ ਮੈਨੂੰ ਪੁਕਾਰੋ ਤਾਂ ਮੈਂ ਤੁਹਾਨੂੰ ਲੱਭਾਂਗਾ, ਮੈਂ ਤੁਹਾਡੀ ਆਵਾਜ਼ ਨੂੰ ਸੁਣਾਂਗਾ। ਅਸੀਂ ਵਚਨ ਦੇ ਵਿੱਚ ਹੋਰ ਪੜਾਂਗੇ ਜਿਰਮਾਇਆ ਦੀ ਕਿਤਾਬ 29 ਬਾਬ ਉਸ ਦੀ 13 ਨੂੰ ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ। ਤੁਸੀਂ ਮੈਨੂੰ ਭਾਲੋਗੇ। ਇਸ ਜਗ੍ਹਾ ਤੇ ਫਿਰ ਪਰਮੇਸ਼ਰ ਦੀ ਗੱਲ ਕਰ ਰਹੇ ਹਾਂ, ਦੁਨਿਆਵੀ ਬਰਕਤ ਦੀ ਗੱਲ ਅਸੀਂ ਨਹੀਂ ਕਰ ਰਹੇ। ਤੁਸੀਂ ਯਹੋਵਾ ਨੂੰ ਭਾਲੋਗੇ ਤਾਂ ਉਹ ਤੁਹਾਨੂੰ ਲੱਭੇਗਾ। ਅਸੀਂ ਵੇਖਦੇ ਹਾਂ ਜੇ ਅਸੀਂ ਕਿਸੇ ਕੰਮ ਕਰਨ ਨੂੰ ਕੋਈ ਸੋਚਦੇ ਹਾਂ, ਜਿੱਦਾਂ ਤੱਕ ਅਸੀਂ ਉਸ ਨੂੰ ਸੋਚਦੇ ਹਾਂ ਕਿ ਅਸੀਂ ਇੱਕ ਉਦਾਹਰਨ ਦਿੰਦਾ ਹਾਂ। ਜਦ ਅਸੀਂ ਸੋਚਦੇ ਹਾਂ ਕਿ ਘਰ ਦੇ ਵਿੱਚ ਪਰਿਵਾਰਕ ਮੈਂਬਰ ਜਦ ਅਸੀਂ ਬੈਠੇ ਹਾਂ ਤਾਂ ਇੱਕ ਗੱਲ ਨੂੰ ਕਰਦੇ ਕਿ ਅਸੀਂ ਮੋਟਰਸਾਈਕਲ ਨੂੰ ਲੈਣਾ ਹੈ। ਇੱਕ ਘਰ ਦੇ ਵਿੱਚ ਬਾਈਕ ਦੀ ਲੋੜ ਹੈ, ਮੋਟਰਸਾਈਕਲ ਨੂੰ ਲੈਣਾ ਹੈ। ਜਦੋਂ ਤੱਕ ਅਸੀਂ ਉਸ ਕੰਮ ਦੀ ਪ੍ਰੋਸੈਸ ਨੂੰ ਸਟਾਰਟ ਨਹੀਂ ਕਰਦੇ, ਏਜੰਸੀ ਦੇ ਵਿੱਚ ਨਹੀਂ ਜਾਂਦੇ, ਕਿਸੇ ਡੀਲਰ ਨਾਲ ਗੱਲਬਾਤ ਨਹੀਂ ਕਰਦੇ, ਉਦੋਂ ਤੱਕ ਮੋਟਰਸਾਈਕਲ ਘਰ ਨਹੀਂ ਆਉਂਦਾ। ਇਦਾਂ ਕਦੀ ਹੋਇਆ ਕਿ ਅਸੀਂ ਗੱਲ ਕੀਤੀ ਕਿ ਸਾਨੂੰ ਮੋਟਰਸਾਈਕਲ ਮਿਲ ਜਾਵੇ ਤਾਂ ਸਵੇਰੇ ਸਾਡੇ ਘਰ ਦੇ ਵਿੱਚ ਮੋਟਰਸਾਈਕਲ ਹੋਵੇ? ਇਦਾਂ ਕਦੀ ਵੀ ਨਹੀਂ ਹੋਇਆ। ਜਦ ਤੱਕ ਅਸੀਂ ਉਸ ਕੰਮ ਨੂੰ ਕਰਦੇ ਨਹੀਂ ਤਾਂ ਫਿਰ ਤਦ ਤੱਕ ਉਹ ਕੰਮ ਨਹੀਂ ਹੁੰਦਾ। ਇਸੇ ਤਰ੍ਹਾਂ ਵਚਨ ਕਹਿੰਦਾ ਜਦ ਤੱਕ ਤੁਸੀਂ ਮੈਨੂੰ ਭਾਲੋਗੇ ਨਹੀਂ ਤਦ ਤੱਕ ਤੁਸੀਂ ਮੈਨੂੰ ਪਾਓਗੇ ਨਹੀਂ। ਇਸ ਲਈ ਉਹ ਲਿਖਦਾ ਤੁਸੀਂ ਮੈਨੂੰ ਭਾਲੋਗੇ ਤੇ ਮੈਂ ਤੁਹਾਨੂੰ ਲੱਭਾਂਗਾ। ਅਸੀਂ ਪਰਮੇਸ਼ਰ ਦੀ ਭਾਲ ਨੂੰ ਕਰਨਾ। ਦੂਜੀ ਗੱਲ ਅਸੀਂ ਸਿੱਖਿਆ
ਅਸੀਂ ਪਰਮੇਸ਼ਰ ਨੂੰ ਢੂੰਡਣਾ। ਤੀਜੀ ਗੱਲ ਸੀ ਖੜਕਾਓਗੇ ਤਾਂ ਤੁਹਾਡੇ ਲਈ ਖੁੱਲੇਗਾ। ਅਸੀਂ ਪੜਾਂਗੇ ਪ੍ਰਕਾਸ਼ ਦੀ ਪੋਥੀ 3 ਬਾਬ ਉਸਦੀ 8 ਨੂੰ ਅਸੀਂ ਵਚਨ ਦੇ ਵਿੱਚੋਂ ਪੜਾਂਗੇ। ਉਹਦਾ 20 ਪਾਠ ਪੜਾਂਗੇ। ਇਸ ਲਈ ਜੋ ਵੇਖ ਮੈਂ ਤੇਰੇ ਸਾਹਮਣੇ ਇੱਕ ਖੁੱਲਾ ਹੋਇਆ ਬੂਆ ਜਿਹੜਾ ਕਿਸੇ ਤੋਂ ਬੰਦ ਨਹੀਂ ਹੁੰਦਾ ਧਰਿਆ ਹੈ। ਇਸ ਲਈ ਜੋ ਤੈਨੂੰ ਕੁਝ ਸਾਮਰਥਾ ਹੈ ਅਤੇ ਤੈਂ ਮੇਰੇ ਬਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਤੇ ਕੀਤਾ। ਪ੍ਰਕਾਸ਼ ਦੀ ਪੋਥੀ 3 ਬਾਬ ਉਹਦੀ 7 ਐਤ ਵਿੱਚ ਲਿਖਦਾ, ਜਿਹੜਾ ਖੋਲਦਾ ਹੈ ਤੇ ਕੋਈ ਬੰਦ ਨਹੀਂ ਕਰ ਸਕਦਾ ਅਤੇ ਬੰਦ ਕਰਦਾ ਹੈ ਕੋਈ ਖੋਲਦਾ ਨਹੀਂ। ਉਹ ਇਹ ਆਖਦਾ ਹੈ, ਇਸ ਜਗ੍ਹਾ ਤੇ ਪਰਮੇਸ਼ਰ ਇੱਕ ਦਰਵਾਜ਼ੇ ਦੀ ਬਾਰੇ ਗੱਲ ਕਰ ਰਿਹਾ ਹੈ ਕਿ ਜਿਸ ਨੂੰ ਪਰਮੇਸ਼ਰ ਖੋਲਦਾ ਹੈ ਉਸ ਨੂੰ ਕੋਈ ਬੰਦ ਨਹੀਂ ਕਰ ਸਕਦਾ। ਅਸੀਂ ਆਮ ਤੌਰ ਤੇ ਇਸ ਵਚਨ ਨੂੰ ਆਪਣੇ ਘਰਾਂ ਦੇ ਵਿੱਚ ਵੇਖਦੇ ਹਾਂ। ਜਿਸ ਘਰ ਦਾ ਦਰਵਾਜ਼ਾ ਯਿਸੂ ਖੋਲਦਾ ਹੈ ਉਸ ਘਰ ਦੇ ਦਰਵਾਜ਼ੇ ਨੂੰ ਕੋਈ ਬੰਦ ਨਹੀਂ ਕਰ ਸਕਦਾ। ਜਿਸ ਦਰਵਾਜ਼ੇ ਨੂੰ ਪ੍ਰਭੂ ਬੰਦ ਕਰ ਦਿੰਦਾ ਹੈ ਉਸ ਨੂੰ ਕੋਈ ਖੋਲ ਨਹੀਂ ਸਕਦਾ। ਇਹ ਪਰਮੇਸ਼ਰ ਦੇ ਹੱਥ ਵਿੱਚ ਹੈ। ਪਰਮੇਸ਼ਰ ਸਾਡੇ ਬਾਹਰ ਦਿਲ ਦੇ ਬੂਹੇ ਦੇ ਬਾਹਰ ਖੜਕਾ ਰਿਹਾ ਹੈ। ਇਹ ਸਾਡੇ ਹੱਥ ਵਿੱਚ ਹੈ, ਅਸੀਂ ਪਰਮੇਸ਼ਰ ਨੂੰ ਆਪਣੇ ਅੰਦਰ ਲੈ ਕੇ ਆਉਣਾ ਜਾਂ ਨਹੀਂ। ਇਹ ਸਾਡੇ ਹੱਥ ਦੇ ਵਿੱਚ ਹੈ। ਇਸ ਲਈ ਕਹਿੰਦਾ ਮੈਂ ਸਭ ਨੂੰ ਚੁਣਿਆ, ਮੈਂ ਸਭ ਲਈ ਪੁਕਾਰ ਰਿਹਾ। ਮੈਂ ਆਪਣੇ ਦੋਵਾਂ ਹੱਥ ਉਠਾ ਕੇ ਪੁਕਾਰ ਰਿਹਾ ਕਿ ਇਹ ਮੇਰੇ ਬੱਚਾ, ਇਹ ਮੇਰੀ ਬੇਟੀ ਆ, ਤਾਂ ਜੋ ਤੂੰ ਸਵਰਗ ਰਾਜ ਦੀ ਭਾਗੀ ਹੋ ਸਕੇ। ਪ੍ਰਭੂ ਅੱਜ ਹੀ ਆਪਣੇ ਲੋਕਾਂ ਨੂੰ ਬੁਲਾ ਰਿਹਾ ਹੈ। ਸਾਨੂੰ ਲੋੜ ਹੈ ਪ੍ਰਭੂ ਦੇ ਕੋਲ ਜਾਣ ਦੀ। ਅਸੀਂ 3 ਗੱਲਾਂ ਨੂੰ ਅੱਜ ਫੇਰ ਵਚਨ ਦੇ ਵਿੱਚੋਂ ਸਿੱਖਿਆ। ਪਹਿਲੇ ਸਾਡਾ ਪਹਿਲਾ ਸ਼ੀਰਸ਼ਕ ਸੀ, ਪਹਿਲੀ ਉਦਾਹਰਨ ਸੀ ਸੈਮੂਅਲ ਨੇ 3 ਵਾਰ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਪਛਾਣਿਆ, ਪਰ ਜਦ ਉਸਨੇ ਚੌਥੀ ਵਾਰ ਆਵਾਜ਼ ਨੂੰ ਪਛਾਣਿਆ, ਜਦ ਅਗਲੀ ਵਾਰ ਉਸਨੇ ਆਵਾਜ਼ ਨੂੰ ਪਛਾਣਿਆ ਤਾਂ ਫਿਰ ਪਰਮੇਸ਼ਰ ਨੇ ਉਸਦੇ ਜੋ ਉਸ ਨੂੰ ਦਰਸ਼ਨ ਸੀ, ਪਰਮੇਸ਼ਰ ਉਸ ਨਾਲ ਗੱਲਬਾਤ ਕੀਤੀ। ਅੱਗੇ ਅਸੀਂ ਫੇਰ ਵੇਖਦੇ ਹਾਂ 3 ਗੱਲਾਂ ਨੂੰ ਅਸੀਂ ਸਿੱਖਿਆ। ਮੰਗੋਗੇ ਤਾਂ ਤੁਹਾਨੂੰ ਮਿਲੇਗਾ, ਢੂੰਡੋਗੇ ਤਾਂ ਤੁਹਾਨੂੰ ਲੱਭੇਗਾ, ਖੜਕਾਓਗੇ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ। ਅੱਜ ਸਾਨੂੰ ਲੋੜ ਹੈ ਅਸੀਂ ਮੰਗਣਾ ਕਿਸ ਤਰੀਕੇ ਨਾਲ, ਕਿਉਂਕਿ ਅਸੀਂ ਵਚਨ ਦੇ ਵਿੱਚੋਂ ਪੜਿਆ ਅਸੀਂ ਕਈ ਵਾਰ ਬੰਦ ਨੀਤੀ ਦੇ ਨਾਲ ਵੀ ਮੰਗ ਲੈਂਦੇ ਆ, ਬੰਦ ਨੀਤੀ ਦੇ ਨਾਲ ਨਹੀਂ ਸਗੋਂ ਸੁਚੱਜੇ ਢੰਗ ਦੇ ਨਾਲ ਜੋ ਪਰਮੇਸ਼ਰ ਸਾਨੂੰ ਹੁਕਮ ਤੇ ਵਿਧੀਆਂ ਦਿੰਦਾ ਉਸ ਤਰੀਕੇ ਦੇ ਨਾਲ ਅਸੀਂ ਪਰਮੇਸ਼ਰ ਦੇ ਕੋਲੋਂ ਮੰਗਣਾ ਹੈ। ਫਿਰ ਪਰਮੇਸ਼ਰ ਸਾਨੂੰ ਸਵਰਗੀਆਂ ਬਰਕਤਾਂ ਨਾਲ ਮਾਲਾ-ਮਾਲ ਕਰੇਗਾ। ਅੱਗੇ ਅਸੀਂ ਪੜਿਆ ਢੂੰਡੋਗੇ, ਅਸੀਂ ਤੁਹਾਨੂੰ ਨਹੀਂ ਢੂੰਡਣਾ, ਵੱਡੀਆਂ ਗੱਡੀਆਂ ਨੂੰ ਨਹੀਂ ਢੂੰਡਣਾ। ਢੂੰਡਣਾ ਕਿਸ ਨੂੰ ਹੈ? ਪ੍ਰਭੂ ਯਿਸੂ ਮਸੀਹ ਨੂੰ, ਉਸ ਖੁਦਾ ਬਾਪ ਨੂੰ ਜਿਹੜਾ ਸਭ ਚੀਜ਼ਾਂ ਦੇ ਉੱਤੇ ਜਿਸ ਦਾ ਇਖਤਿਆਰ ਹੈ, ਜਿਹੜਾ ਸਭ ਕੁਝ ਦੇਣ ਦੀ ਤਾਕਤ ਰੱਖਦਾ ਹੈ। ਅਸੀਂ ਉਸ ਖੁਦਾ ਬਾਪ ਦੀ ਭਾਲ ਕਰਨੀ ਹੈ। ਫਿਰ ਖੜਕਾਓ ਤੇ ਤੁਹਾਡੇ ਲਈ ਖੋਲਿਆ ਜਾਵੇਗਾ। ਫਿਰ ਪ੍ਰਭੂ ਸਾਡੇ ਘਰ ਦੇ ਦਰਵਾਜ਼ਿਆਂ ਨੂੰ ਖੋਲੇਗਾ। ਜਿਹੜੇ ਸ਼ੈਤਾਨ ਨੇ ਬੰਦ ਕੀਤੇ ਹੋਏ ਹਨ, ਜਿਹੜੀਆਂ ਸ਼ੈਤਾਨ ਨੇ ਬਰਕਤਾਂ ਰੋਕੀਆਂ ਹਨ, ਉਹ ਫਿਰ ਪਰਮੇਸ਼ਰ ਸਭ ਰਸਤਿਆਂ ਨੂੰ ਖੋਲੇਗਾ। ਫਿਰ ਸਾਡੇ ਘਰ ਬਰਕਤਾਂ ਆਉਣਗੀਆਂ। ਫਿਰ ਕੋਈ ਦੁੱਖ ਨਹੀਂ ਰਹੇਗਾ, ਕੋਈ ਬਿਮਾਰੀ ਨਹੀਂ ਰਹੇਗਾ। ਇਸ ਲਈ ਵਚਨ ਵਿੱਚ ਜੋ ਆਖਦਾ ਤੁਹਾਡੇ ਤੇ ਮੇਰੇ ਵਿਰੁੱਧ ਇੱਕ ਜੁਦਾਈ ਦੀ ਕੰਧ ਵੀ ਹੈ। ਅਸੀਂ ਉਸ ਜੁਦਾਈ ਦੀ ਕੰਧ ਨੂੰ ਵੀ ਖਤਮ ਕਰਨਾ। ਫਿਰ ਪਰਮੇਸ਼ਰ ਸਾਡੇ ਅੰਦਰ ਆਵੇਗਾ। ਫਿਰ ਖੜਕਾਉਣ ਵਾਲੀ ਗੱਲ ਸਾਡੇ ਜੀਵਨ ਵਿੱਚ ਪੂਰੀ ਹੋਵੇਗੀ। ਫਿਰ ਸਾਨੂੰ ਪਰਮੇਸ਼ਰ ਬਰਕਤਾਂ ਦੇ ਨਾਲ ਮਾਲੋ-ਮਾਲ ਕਰੇਗਾ। ਅੱਜ ਅਸੀਂ ਇਹਨਾਂ 3 ਗੱਲਾਂ ਨੂੰ ਫਿਰ ਪਰਮੇਸ਼ਰ ਦੇ ਵਚਨ ਵਿੱਚੋਂ ਸਿੱਖਿਆ। ਪ੍ਰਭੂ ਆਪ ਇਸ 3 ਗੱਲਾਂ ਨੂੰ ਤੁਹਾਡੇ ਜੀਵਨ ਦੇ ਵਿੱਚ ਕਾਰਿਆ ਕਰੇ ਤੇ 3 ਗੱਲਾਂ ਨਾਲ ਪਰਮੇਸ਼ਰ ਆਪ ਸਭ ਨੂੰ ਬਰਕਤ ਦੇਵੇ। ਅਤੇ ਅੱਗੇ ਵੀ ਮੈਂ ਇਸੇ ਪਾਠ ਨੂੰ ਲੈ ਕੇ ਜੋ ਜਿਸ ਤਰ੍ਹਾਂ ਪਰਮੇਸ਼ਰ ਦਾ ਆਤਮਾ ਮੈਨੂੰ ਗਾਈਡ ਕਰੇਗਾ ਮੈਂ ਤੁਹਾਨੂੰ ਦੱਸਾਂਗਾ। ਅਸੀਂ ਅੱਜ ਇਹਨਾਂ 3 ਗੱਲਾਂ ਨੂੰ ਆਪਣੇ ਮਨ ਦੇ ਵਿੱਚ ਧਾਰਨਾ ਅਤੇ ਕੁਝ ਸਮਾਂ ਇਸ ਵਚਨ ਉੱਤੇ ਮਨਨ ਕਰਨਾ। ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਥੋੜਾ ਸਮਾਂ ਇਸ ਵਚਨ ਦੇ ਉੱਤੇ ਧਿਆਨ ਕਰਾਂਗੇ ਅਤੇ ਪ੍ਰਾਰਥਨਾ ਦੇ ਵਿੱਚ ਜਾਵਾਂਗੇ। ਸਵਰਗੀ ਪਿਤਾ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਜੋ ਪਰਮੇਸ਼ਰ ਤੁਸੀਂ ਅੱਜ ਲਾਈਵ ਸੈਸ਼ਨ ਦੇ ਦੁਆਰਾ ਇੱਕ ਵਾਰ ਫਿਰ ਮੌਕਾ ਦਿੱਤਾ ਪ੍ਰਭੂ ਜੀ। ਇਸ ਫੋਨ ਮਾਧਿਅਮ ਦੇ ਰਾਹੀਂ ਪਰਮੇਸ਼ਰ ਮੌਕਾ ਦਿੱਤਾ। ਅੱਗੇ ਅਸੀਂ ਪਰਮੇਸ਼ਰ ਤੁਹਾਡੇ ਲੋਕਾਂ ਨੂੰ ਕੁਝ ਸਮੇਂ ਪਰਮੇਸ਼ਰ ਵਚਨ ਸੁਣਾ ਸਕੀਏ। ਜੋ ਪਰਮੇਸ਼ਰ ਦੀ ਰਾਤ ਨਾਲ ਦਿਨ ਪਰਮੇਸ਼ਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਗਵਾਹੀ ਨਿਗਾਹਬਾਨੀ ਕੀਤਾ। ਪ੍ਰਭੂ ਆਪ ਜੀ ਦਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਜੋ ਤੁਸੀਂ ਮੇਰੇ ਮਨ ਦੇ ਹਿਰਦੇ ਦੇ ਵਿੱਚ ਇੱਕ ਸ਼ੀਰਸ਼ਕ ਨੂੰ ਪਾਇਆ, ਇੱਕ ਵਿਸ਼ੇ ਨੂੰ ਪਾਇਆ ਪ੍ਰਭੂ ਜੀ, ਉਸ ਨੂੰ ਮੈਂ ਅਕੇਲਾ ਜਾਂਦਾ ਹੋਇਆ ਪ੍ਰਭੂ ਇਸ ਤਰ੍ਹਾਂ ਤੇਰੇ ਲੋਕਾਂ ਨੂੰ ਸਿਖਾ ਸਕਾਂ ਪ੍ਰਭੂ ਜੀ। 3 ਗੱਲਾਂ ਦੀ ਮਹੱਤਤਾ ਪ੍ਰਭੂ ਸਾਡੇ ਜੀਵਨਾਂ ਵਿੱਚ ਪੂਰੀ ਹੋ ਜਾਵੇ ਪ੍ਰਭੂ। ਜੋ ਅੱਜ ਅਸੀਂ ਸਿੱਖਿਆ, ਮੰਗਣਾ ਪਰਮੇਸ਼ਰ ਤੁਹਾਡੇ ਕੋਲ ਹੈ, ਢੂੰਡਣਾ ਪ੍ਰਭੂ ਤੁਹਾਨੂੰ ਹੈ, ਖੜਕਾਉਣਾ ਵੀ ਅਸੀਂ ਪਰਮੇਸ਼ਰ ਤੁਹਾਡੇ ਉੱਤੇ ਹੈ। ਤੁਹਾਡੇ ਨਾਮ ਦਾ ਧੰਨਵਾਦ ਕਰਦੇ ਪ੍ਰਭੂ। ਇਹਨਾਂ ਵਚਨਾਂ ਨਾਲ ਪਰਮੇਸ਼ਰ ਤੁਸੀਂ ਆਪਣੇ ਲੋਕਾਂ ਨੂੰ ਬਹੁਤ ਸਾਰੀ ਬਰਕਤ ਨਾਲ ਗਵਾਹੀ ਨਿਗਾਹਬਾਨੀ ਕਰਨਾ ਪ੍ਰਭੂ। ਤੁਸੀਂ ਸਭ ਲੋਕਾਂ ਦੇ ਸਾਥ ਨਾਲ, ਕਲੀਸਿਆ ਦੇ ਸਾਥ ਨਾਲ ਪਰਮੇਸ਼ਰ, ਮਸੀਹ ਲੋਕਾਂ ਦੀ ਤੁਹਾਡੀ ਕਿਰਪਾ ਬਣੀ ਰਹੇ, ਸੰਤਾਂ ਸੇਵਕਾਂ ਦੀ ਤੁਹਾਡੀ ਕਿਰਪਾ ਬਣੀ ਰਹੇ ਪਰਮੇਸ਼ਰ। ਜਿੰਨੇ ਵੀ ਲੋਕਾਂ ਨੇ ਵਚਨ ਨੂੰ ਸੁਣਿਆ ਪ੍ਰਭੂ ਜੀ, ਉਹਨਾਂ ਦੀ ਤੁਹਾਡੀ ਕਿਰਪਾ ਬਣੀ ਰਹੇ।
ਜੋ ਇਸ ਤੋਂ ਬਾਅਦ ਵੀ ਬੱਚੇ ਨੂੰ ਸੁਣ ਕੇ ਪ੍ਰਭੂ ਉਹਨਾਂ ਤੇ ਤੁਹਾਡੀ ਕਿਰਪਾ ਹਮੇਸ਼ਾ ਲਈ ਬਣੀ ਰਹੇ। ਜੋ ਅਨਿਆ ਜਾਤੀ ਬੱਚੇ ਨੂੰ ਵੀ ਸੁਣੇ ਪ੍ਰਭੂ ਉਹ ਵੀ ਤੁਹਾਡੇ ਸਵਰਗਰਾਜ ਦੀ ਭਾਗੀ ਬਣ ਜਾਵੇ। ਪ੍ਰਭੂ ਤੁਹਾਡੇ ਨਾਮ ਦਾ ਧੰਨਵਾਦ ਕਰਦੇ ਹਾਂ ਪਰਮੇਸ਼ਰ। ਅੱਜ ਦੀਆਂ ਤੁਹਾਡੀਆਂ ਸਾਰੀਆਂ ਵਫਾਦਾਰੀਆਂ ਦੇ ਭਲੇ ਤੁਹਾਡਾ ਧੰਨਵਾਦ ਕਰਦੇ ਹਾਂ। ਬਕਾਏ ਸਾਰੇ ਸਮੇਂ ਤੁਹਾਡੇ ਤਾਂ ਵੀ ਸੌਂਪਦੇ ਹੋ ਪ੍ਰਭੂ ਯਿਸੂ ਮਸੀਹ ਜੀ ਦਾ ਜਲਾਲੀ ਨਾਮ ਚ ਮੰਗਦੇ ਹਾਂ, ਆਮੀਨ। ਪਿਤਾ ਪੁੱਤਰ ਦਾ ਫਜ਼ਲ ਬਾਪ ਬੇਟੇ ਦੀ ਮੁਹੱਬਤ ਰੂਪ ਪਾਕ ਦੀ ਸੰਗਤ ਤੇ ਸਰਾਕਤ ਤੇ ਇਸ ਕਲੀਸਿਆ ਨਾਲ ਲਾਈਵ ਜਿਹਨੇ ਲੋਕ ਵੇਖ ਰਹੇ ਉਹਨਾਂ ਨਾਲ ਸੰਤਾਂ ਸੇਵਕਾਂ ਨਾਲ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੁਹਾਡੀ ਹੁੰਦੀ ਰਹੇਗੀ, ਆਮੀਨ। ਸਭ ਨੂੰ ਜੈ ਮਸੀਹ ਜੀ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪ੍ਰਭੂ ਆਪ ਸਭ ਨੂੰ ਬਹੁਤ ਸਾਰੀ ਬਰਕਤ ਦੇਵੇ, ਆਮੀਨ।